ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ ਤੇ ਮੈਂ ਹਾਂ ਸੁਰਭੀ ਸ਼ਰਮਾ। ਖਬਰਾਂ ਦੇ ਇਸ ਬੁਲੇਟਿਨ 'ਚ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰਿਐਲਟਰ ਗੁਰਜਤਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਅਤੇ ਵੇਚਣ ਦੇ ਲਈ ਸਕਰੀਨ ਤੇ ਦਿੱਤੇ ਨੰਬਰਾਂ ਰਾਹੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ। ਪੇਸ਼ ਹਨ ਦੇਸ਼ ਵਿਦੇਸ਼ ਦੀਆਂ ਕੁਝ ਚੋਣਵੀਆਂ ਖਬਰਾਂ। ਪੰਜਾਬੀ ਵਾਲੀ ਖੁਸ਼ਖਬਰੀ, ਟੋਰਾਂਟੋ ਅਤੇ ਨਿਊਯਾਰਕ ਤੋਂ ਅੰਮ੍ਰਿਤਸਰ ਲਈ 6 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ ਨਿਓਸ 에ਅਰਲਾਈਨ ਦੀਆਂ ਉਡਾਨਾਂ। ਅਮਰੀਕਾ ਵਿੱਚ ਟੈਂਕਰ ਦੇ ਉਲਟਣ ਉਪਰੰਤ ਹੋਇਆ ਜ਼ਬਰਦਸਤ ਧਮਾਕਾ, ਲੱਗੀ ਅੱਗ, ਡਰਾਈਵਰ ਦੀ ਹੋਈ ਮੌਤ। ਅਮਰੀਕੀ ਰਾਸ਼ਟਰਪਤੀ ਬਾਈਡਨ ਦੀ ਚਮੜੀ ਤੋਂ ਹਟਾਏ ਗਏ ਕੈਂਸਰ ਦੇ ਜ਼ਖਮ। ਅਮਰੀਕਾ ਨੇ ਗਲੋਬਲ ਮੈਗਨਿਟਸਕੀ ਕਾਨੂੰਨ ਤਹਿਤ 6 ਰੂਸੀ ਨਾਗਰਿਕਾਂ ਤੇ ਲਾਈ ਪਾਬੰਦੀ। ਕੈਨੇਡਾ 'ਚ 23 ਸਾਲਾ ਭਾਰਤੀ ਵਿਦਿਆਰਥੀ ਹੋਇਆ ਲਾਪਤਾ, ਪਰਿਵਾਰ ਚਿੰਤਿਤ। ਟਰੰਪ ਦਾ ਦਾਅਵਾ, ਜੇ ਸੱਤਾ 'ਚ ਵਾਪਸ ਆਇਆ ਤਾਂ ਇੱਕ ਦਿਨ 'ਚ ਯੂਕਰੇਨ ਜੰਗ ਖਤਮ ਕਰਵਾ ਦੇਵਾਂਗਾ। ਟੈਕਸਾਸ ਦੇ ਇੱਕ ਘਰ ਵਿੱਚ 3 ਬੱਚੇ ਮ੍ਰਿਤਕ ਮਿਲੇ, 2 ਨੂੰ ਹਸਪਤਾਲ ਦਾਖਲ ਕਰਵਾਇਆ। ਅਮਰੀਕਾ ਵਿੱਚ ਪਾਰਟੀ ਦੌਰਾਨ ਚੱਲੀਆਂ ਗੋਲੀਆਂ, 2 ਦੀ ਮੌਤ, ਕਈ ਜ਼ਖਮੀ। ਬ੍ਰਿਟੇਨ 'ਚ ਗੈਰ ਕਾਨੂੰਨੀ ਪ੍ਰਵਾਸ ਖਿਲਾਫ ਕਾਨੂੰਨ ਲਿਆਉਣਗੇ PM ਸੁਨਕ, ਸੰਸਦ 'ਚ ਜਲਦ ਹੋ ਸਕਦੇ ਪੇਸ਼। ਹੁਣ ਖਬਰਾਂ ਵਿਸਥਾਰ ਦੇ ਨਾਲ। ਕੈਨੇਡਾ ਅਤੇ ਅਮਰੀਕਾ ਵਿੱਚ ਵਸਦੇ ਪ੍ਰਵਾਸੀ ਪੰਜਾਬੀ ਜਿਹੜੇ ਹਰ ਸਾਲ ਵੱਡੀ ਗਿਣਤੀ ਵਿੱਚ ਪੰਜਾਬ ਨੂੰ ਜਾਂਦੇ ਹਨ, ਉਹਨਾਂ ਲਈ ਹਵਾਈ ਸਫ਼ਰ ਹੁਣ ਸੁਖਾਲਾ ਹੋਣ ਜਾ ਰਿਹਾ ਹੈ। ਉਹਨਾਂ ਲਈ ਚੰਗੀ ਖਬਰ ਹੈ ਕਿ ਇਟਲੀ ਦੀ ਨਿਓਸ 에ਅਰ 6 ਅਪ੍ਰੈਲ 2023 ਤੋਂ ਅੰਮ੍ਰਿਤਸਰ ਨੂੰ ਕੈਨੇਡਾ ਦੇ ਟੋਰਾਂਟੋ ਅਤੇ ਅਮਰੀਕਾ ਦੇ ਨਿਊਯਾਰਕ ਤੱਕ ਮਿਲਾਨ ਦੇ ਮਾਲਪੈਂਸਾ ਹਵਾਈ ਅੱਡੇ ਰਾਹੀਂ ਜੋੜਨ ਜਾ ਰਹੀ ਹੈ। ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਨਿਓਸ 에ਅਰ ਦੁਆਰਾ ਟੋਰਾਂਟੋ ਨਾਲ ਜੋੜੇ ਜਾਣ ਦੀ ਸਵਾਗਤ ਕੀਤਾ ਹੈ। ਅੰਮ੍ਰਿਤਸਰ ਤੋਂ ਟੋਰਾਂਟੋ ਅਤੇ ਵੈਨਕੂਵਰ ਲਈ ਸਿੱਧੀਆਂ ਉਡਾਨਾਂ ਦੀ ਮੰਗ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਹੈ। ਇਸ ਨਵੀਂ ਉਡਾਨ ਦੇ ਸ਼ੁਰੂ ਹੋਣ ਨਾਲ ਟੋਰਾਂਟੋ ਲਈ ਯਾਤਰੀਆਂ ਨੂੰ ਰਾਹਤ ਮਿਲੇਗੀ। ਨਿਓਸ 에ਅਰ ਨੇ ਦਸੰਬਰ 2022 ਵਿੱਚ ਮਿਲਾਨ, ਮਾਲਪੈਂਸਾ ਅਤੇ ਅੰਮ੍ਰਿਤਸਰ ਵਿਚਕਾਰ ਨਿਰਧਾਰਤ ਉਡਾਨਾਂ ਸ਼ੁਰੂ ਕੀਤੀਆਂ ਸਨ। 에ਅਰਲਾਈਨ ਨੇ ਕੋਵਿਡ ਦੌਰਾਨ ਪਹਿਲੀ ਵਾਰ ਸਤੰਬਰ 2021 ਵਿੱਚ ਇਟਲੀ ਅਤੇ ਅੰਮ੍ਰਿਤਸਰ ਵਿਚਕਾਰ ਚਾਰਟਰ ਸੇਵਾਵਾਂ ਦਾ ਸੰਚਾਲਨ ਸ਼ੁਰੂ ਕੀਤਾ ਸੀ। ਨਾਲ ਹੀ ਅੰਮ੍ਰਿਤਸਰ ਤੋਂ ਮਿਲਾਨ ਦੇ ਬਰਗਾਮੋ ਅਤੇ ਰੋਮ 에ਅਰਪੋਰਟ ਤੱਕ ਸਪਾਈਸ ਜੈਟ ਨੇ ਵੀ ਚਾਰਟਰ ਉਡਾਨਾਂ ਦੇ ਸੰਚਾਲਨ ਤੋਂ ਬਾਅਦ ਪਿਛਲੇ ਸਾਲ ਨਵੰਬਰ ਵਿੱਚ ਨਿਰਧਾਰਤ ਉਡਾਨਾਂ ਸ਼ੁਰੂ ਕੀਤੀਆਂ ਸਨ। ਇਨ੍ਹਾਂ ਦੇ ਸੰਚਾਲਨ ਨਾਲ ਅੰਮ੍ਰਿਤਸਰ ਹੁਣ ਇਟਲੀ ਦੇ 3 ਹਵਾਈ ਅੱਡਿਆਂ ਨਾਲ ਜੁੜਿਆ ਹੈ। 에ਅਰਲਾਈਨ 6 ਅਪ੍ਰੈਲ ਤੋਂ ਅੰਮ੍ਰਿਤਸਰ ਤੋਂ ਟੋਰਾਂਟੋ ਅਤੇ ਨਿਊਯਾਰਕ ਲਈ ਹਫ਼ਤੇ ਵਿੱਚ ਇੱਕ ਦਿਨ ਉਡਾਨ ਦਾ ਸੰਚਾਲਨ ਕਰੇਗੀ। ਇਹ ਉਡਾਨ ਹਰ ਵੀਰਵਾਰ ਸਵੇਰੇ 3:15 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ ਅਤੇ ਉਸੇ ਦਿਨ ਸਵੇਰੇ 8:20 ਵਜੇ ਮਿਲਾਨ ਪਹੁੰਚੇਗੀ। ਇੱਥੇ ਯਾਤਰੀ ਲਗਭਗ 4 ਘੰਟੇ 10 ਮਿੰਟ ਰੁਕਣਗੇ। ਫਿਰ ਉਡਾਨ ਮਿਲਾਨ ਤੋਂ ਦੁਪਹਿਰ 12:30 ਵਜੇ ਰਵਾਨਾ ਹੋ ਕੇ ਬਾਅਦ ਦੁਪਹਿਰ 3 ਵਜੇ ਟੋਰਾਂਟੋ ਪਹੁੰਚੇਗੀ। ਟੋਰਾਂਟੋ ਦੇ ਪੀਅਰਸਨ 에ਅਰਪੋਰਟ ਤੋਂ ਉਡਾਨ ਫਿਰ ਵਾਪਸੀ ਲਈ ਹਰ ਵੀਰਵਾਰ ਸ਼ਾਮ 5 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸ਼ੁੱਕਰਵਾਰ ਨੂੰ ਸਵੇਰੇ 6:50 ਤੇ ਮਿਲਾਨ ਪਹੁੰਚੇਗੀ। ਉੱਥੋਂ ਫਿਰ ਸਵੇਰੇ 10 ਵਜੇ ਰਵਾਨਾ ਹੋ ਕੇ ਉਸੇ ਦਿਨ ਸ਼ੁੱਕਰਵਾਰ ਰਾਤ 9:15 ਵਜੇ ਅੰਮ੍ਰਿਤਸਰ ਪਹੁੰਚੇਗੀ। ਯਾਤਰੀ ਮਿਲਾਨ ਵਿਖੇ 3 ਘੰਟੇ 10 ਮਿੰਟ ਲਈ ਰੁਕਣਗੇ। ਟੋਰਾਂਟੋ ਤੋਂ ਅੰਮ੍ਰਿਤਸਰ ਦਾ ਸਫ਼ਰ ਸਿਰਫ 18 ਘੰਟੇ 45 ਮਿੰਟ ਅਤੇ ਅੰਮ੍ਰਿਤਸਰ ਤੋਂ ਟੋਰਾਂਟੋ ਦੀ ਦੂਰੀ 21 ਘੰਟੇ 15 ਮਿੰਟ ਵਿੱਚ ਪੂਰੀ ਕੀਤੀ ਜਾ ਸਕੇਗੀ। ਅਮਰੀਕਾ ਦੇ ਮੈਰੀਲੈਂਡ ਰਾਜ ਵਿੱਚ ਫਰੈਡਰਿਕ ਵਿਖੇ ਜਲਨਸ਼ੀਲ ਤਰਲ ਪਦਾਰਥ ਲਿਜਾ ਰਹੇ ਇੱਕ ਟੈਂਕਰ ਉਲਟ ਜਾਣ ਦੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਵੇਰਵੇ ਅਨੁਸਾਰ ਇਹ ਹਾਦਸਾ US ਰੂਟ 15 ਉੱਪਰ ਉਸ ਵੇਲੇ ਵਾਪਰਿਆ ਜਦੋਂ ਟੈਂਕਰ ਦੇ ਅਚਾਨਕ ਉਲਟਣ ਉਪਰੰਤ ਜ਼ਬਰਦਸਤ ਧਮਾਕਾ ਹੋ ਗਿਆ ਤੇ ਟੈਂਕਰ ਨੂੰ ਅੱਗ ਲੱਗ ਗਈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਸੜਕ ਉੱਪਰ ਜਾ ਰਹੇ ਹੋਰ ਵਾਹਨ ਵੀ ਅੱਗ ਦੀ ਲਪੇਟ ਵਿੱਚ ਆ ਗਏ। ਮੈਰੀਲੈਂਡ ਪੁਲਿਸ ਅਨੁਸਾਰ ਸੜਕ ਦੇ ਨਾਲ ਲੱਗਦੇ 3 ਘਰਾਂ ਨੂੰ ਵੀ ਅੱਗ ਲੱਗ ਗਈ। ਇਸ ਘਟਨਾ ਕਾਰਨ ਸੜਕ ਨੂੰ ਕੁਝ ਸਮੇਂ ਲਈ ਦੋਨਾਂ ਪਾਸਿਆਂ ਤੋਂ ਬੰਦ ਕਰ ਦਿੱਤਾ ਗਿਆ। ਫਰੈਡਰਿਕ ਕਾਉਂਟੀ ਫਾਇਰ ਚੀਫ ਟੀਮ ਕੋਈ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਹਾਦਸਾ ਦੁਪਹਿਰ ਦੇ ਆਸ-ਪਾਸ ਵਾਪਰਿਆ। ਇਸ ਦੇ ਤੁਰੰਤ ਬਾਅਦ ਅੱਗ ਬੁਝਾਊ ਅਮਲਾ ਮੌਕੇ ਤੇ ਪਹੁੰਚੇ ਅਤੇ ਅੱਗ ਦੇ ਉੱਪਰ ਕਾਬੂ ਪਾਇਆ। ਉਹਨਾਂ ਨੇ ਕਿਹਾ ਕਿ ਇਸ ਘਟਨਾ ਵਿੱਚ ਹੋਰ ਕੋਈ ਮੌਤ ਹੋ ਜਾਣ ਦੀ ਅਤੇ ਕਿਸੇ ਜ਼ਖਮੀ ਹੋਣ ਦੀ ਰਿਪੋਰਟ ਨਹੀਂ ਹੈ। ਕੋਈ ਅਨੁਸਾਰ ਹਾਦਸੇ ਦੇ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਮਾਰੇ ਗਏ ਡਰਾਈਵਰ ਦਾ ਨਾਂ ਜਾਰੀ ਨਹੀਂ ਕੀਤਾ ਹੈ। ਕੈਪਸ਼ਨ, ਉਲਟਣ ਉਪਰੰਤ ਟੈਂਕਰ ਨੂੰ ਲੱਗੀ ਅੱਗ ਕਾਰਨ ਸੜੇ ਹੋਏ ਹੋਰ ਵਾਹਨਾਂ ਦੀ ਨਜ਼ਰ ਆ ਰਹੇ ਹਨ।
ਅਮਰੀਕਾ ਰਾਸ਼ਟਰਪਤੀ ਬਾਈਡਨ ਦੀ ਚਮੜੀ ਤੋਂ ਹਟਾਏ ਗਏ ਕੈਂਸਰ ਦੇ ਜ਼ਖਮ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੀ ਛਾਤੀ ਤੇ ਕੈਂਸਰ ਦੇ ਜ਼ਖਮਾਂ ਨੂੰ ਡਾਕਟਰ ਨੇ ਆਪਰੇਸ਼ਨ ਕਰਕੇ ਸਾਫ਼ ਕਰ ਦਿੱਤਾ ਹੈ ਅਤੇ ਰਾਸ਼ਟਰਪਤੀ ਹੁਣ ਪੂਰੀ ਤਰ੍ਹਾਂ ਸਿਹਤਮੰਦ ਹਨ ਅਤੇ ਕੰਮ ਲਈ ਵੀ ਤਿਆਰ ਹਨ। ਬਾਈਡਨ ਦੇ ਪਰਿਵਾਰ ਲੰਬੇ ਸਮੇਂ ਤੋਂ ਕੈਂਸਰ ਨਾਲ ਜੂਝ ਰਿਹਾ ਹੈ। ਉਹਨਾਂ ਦੇ ਬੇਟੇ ਬਿਓ ਦੀ ਸਾਲ 2015 ਚ ਬ੍ਰੇਨ ਕੈਂਸਰ ਨਾਲ ਮੌਤ ਹੋ ਗਈ ਸੀ। ਵਾਈਟ ਹਾਊਸ ਨੇ ਇਹ ਜਾਣਕਾਰੀ ਦਿੱਤੀ ਹੈ। ਡਾਕਟਰ ਕੇਵਿਨ ਓ ਕੋਰਨਰ ਨੇ ਸ਼ੁੱਕਰਵਾਰ ਨੂੰ ਵਾਈਟ ਹਾਊਸ ਦੇ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਪਿਛਲੇ ਮਹੀਨੇ ਬਾਈਡਨ ਦੇ ਰੂਟੀਨ ਹੈਲਥ ਚੈੱਕਅਪ ਦੌਰਾਨ ਕੈਂਸਰ ਵਾਲੇ ਚਮੜੀ ਦੇ ਜ਼ਖਮਾਂ ਨੂੰ ਹਟਾ ਦਿੱਤਾ ਗਿਆ ਹੈ। ਰਿਪੋਰਟ ਮੁਤਾਬਿਕ ਡਾਕਟਰ ਨੇ ਕਿਹਾ ਕਿ ਰਾਸ਼ਟਰਪਤੀ ਦੀ ਚਮੜੀ ਦੇ ਕੈਂਸਰ ਦੇ ਟਿਸ਼ੂ ਨੂੰ ਹਟਾ ਦਿੱਤਾ ਗਿਆ ਅਤੇ ਉਹਨਾਂ ਨੂੰ ਹੋਰ ਇਲਾਜ ਦੀ ਜ਼ਰੂਰਤ ਨਹੀਂ ਹੈ। ਡਾਕਟਰ ਲਗਾਤਾਰ ਰਾਸ਼ਟਰਪਤੀ ਦੀ ਸਿਹਤ ਦੀ ਨਿਗਰਾਨੀ ਕਰਦੇ ਰਹਿਣਗੇ। ਅਮਰੀਕਾ ਨੇ ਵਿਰੋਧੀ ਧਿਰ ਦੇ ਕਾਰਕੁਨ ਵਲਾਦੀਮੀਰ ਕਾਰਾ-ਮੁਰਜ਼ਾ ਦੇ ਮਾਮਲੇ 'ਚ ਜੱਜਾਂ ਸਮੇਤ 6 ਰੂਸੀ ਨਾਗਰਿਕਾਂ ਨੂੰ ਗਲੋਬਲ ਮੈਗਨਿਟਸਕੀ ਐਕਟ ਦੇ ਤਹਿਤ ਮਨਜ਼ੂਰੀ ਦਿੱਤੀ ਹੈ। ਇਹ ਜਾਣਕਾਰੀ ਅਮਰੀਕਾ ਦੇ ਵਿੱਤ ਮੰਤਰਾਲੇ ਨੇ ਦਿੱਤੀ ਹੈ। ਮੰਤਰਾਲੇ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਵਿੱਤ ਮੰਤਰਾਲੇ ਦੇ ਵਿਦੇਸ਼ੀ ਸੰਪਤੀ ਨਿਯੰਤਰਣ ਦਫ਼ਤਰ ਨੇ ਸਰਵਸ਼੍ਰੀ ਐਲੇਨਾ ਅਨਾਤੋਲੀਵਨਾ ਲੈਂਸਕਾਇਆ, ਆਂਦਰੇਈ ਐਂਡਰੀਵਿਚ ਜਾਦਾਚਿਨ ਤੇ ਡੈਨੀਲਾ ਯੂਰੀਵਿਚ ਮਿਖੇਵ ਨੂੰ ਮਨੁੱਖੀ ਅਧਿਕਾਰਾਂ ਦੇ ਰੱਖਿਆ ਕਰਨ ਵਾਲੇ ਪ੍ਰਮੁੱਖ ਵਿਰੋਧੀ ਨੇਤਾ, ਲੇਖਕ ਤੇ ਇਤਿਹਾਸਕਾਰ ਵਲਾਦੀਮੀਰ ਕਾਰਾ-ਮੁਰਜ਼ਾ ਖਿਲਾਫ ਦੋਸ਼ੀ ਠਹਿਰਾਇਆ। ਇਸ ਤੋਂ ਇਲਾਵਾ ਰੂਸ ਦੇ ਉਪ ਨਿਆਂ ਮੰਤਰੀ ਓਲੈਗ ਸਵਿਰੀਡੈਂਕੋ ਦੇ ਜੱਜ ਡਾਇਨਾ ਮਿਸ਼ਚੋਂਕੋ ਤੇ ਜੱਜ ਇਲੀਆ ਕੋਜ਼ਲੋਵ ਤੇ ਵੀ ਪਾਬੰਦੀ ਲਗਾਈ ਗਈ ਹੈ। ਕੈਨੇਡਾ ਦੇ ਬਰੈਂਪਟਨ ਸ਼ਹਿਰ ਤੋਂ ਇੱਕ ਭਾਰਤੀ ਵਿਦਿਆਰਥੀ ਦੇ ਲਾਪਤਾ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਬਾਈ ਡਿਵੀਜ਼ਨਲ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਜਾਂਚਕਰਤਾਵਾਂ ਨੇ ਦੱਸਿਆ ਕਿ ਬਰੈਂਪਟਨ ਵਿੱਚ 23 ਸਾਲਾ ਭਾਰਤੀ ਵਿਦਿਆਰਥੀ ਪਾਰਸ ਜੋਸ਼ੀ ਲਾਪਤਾ ਹੈ। ਉਸ ਨੂੰ ਆਖਰੀ ਵਾਰ 23 ਫਰਵਰੀ ਨੂੰ ਸ਼ਾਮ 4:30 ਵਜੇ ਮੇਨ ਸਟਰੀਟ ਨਾਰਥ ਐਂਡ ਵਿਲੀਅਮਸ ਪਾਰਕ ਵੇ ਕੋਲ ਵੇਖਿਆ ਗਿਆ ਸੀ। ਉਹ 5 ਫੁੱਟ 9 ਇੰਚ ਲੰਬਾ ਹੈ ਅਤੇ 143 ਪੌਂਡ ਦਾ ਹੈ। ਉਸਨੇ ਦਾੜੀ ਤੇ ਮੁੱਛਾਂ ਰੱਖੀਆਂ ਹੋਈਆਂ ਹਨ। ਉਸ ਨੂੰ ਆਖਰੀ ਵਾਰ ਹਰੇ ਰੰਗ ਦੀ ਜੈਕਟ, ਨੀਲੀ ਪੈਂਟ, ਕਾਲੀ ਕਮੀਜ਼, ਕਾਲੇ ਬੂਟ ਅਤੇ ਕਾਲੇ ਦਸਤਾਨੇ ਪਹਿਨੇ ਦੇਖਿਆ ਗਿਆ ਸੀ, ਜਿਸ ਦੀ ਤਲਾਸ਼ ਲਗਾਤਾਰ ਜਾਰੀ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਤੇ ਰਿਪਬਲਿਕਨ ਪਾਰਟੀ ਦੇ ਨੇਤਾ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਉਹ ਜੇਕਰ ਫਿਰ ਤੋਂ ਸੱਤਾ ਦੇ ਵਿੱਚ ਵਾਪਸ ਆਉਂਦੇ ਹਨ ਤਾਂ ਰੂਸ ਯੂਕਰੇਨ ਜੰਗ ਨੂੰ ਇੱਕ ਦਿਨ ਵਿੱਚ ਹੀ ਬੰਦ ਕਰਵਾ ਦੇਣਗੇ। ਇਸ ਦੌਰਾਨ ਟਰੰਪ ਰਿਪਬਲਿਕਨ ਪਾਰਟੀ ਦੇ ਇੱਕ ਪ੍ਰੋਗਰਾਮ ਵਿੱਚ ਬੋਲ ਰਹੇ ਹਨ। ਉਹਨਾਂ ਨੇ ਕਿਹਾ ਕਿ ਉਹ ਜੰਗ ਖਤਮ ਕਰਕੇ ਤੀਜੇ ਵਿਸ਼ਵ ਯੁੱਧ ਨੂੰ ਹੋਣ ਤੋਂ ਰੋਕ ਸਕਦੇ ਹਨ। ਟਰੰਪ ਫਿਰ ਤੋਂ ਰਿਪਬਲਿਕਨ ਪਾਰਟੀ ਵੱਲੋਂ ਅਮਰੀਕੀ ਰਾਸ਼ਟਰਪਤੀ ਚੋਣ ਲਈ ਆਪਣੀ ਉਮੀਦਵਾਰੀ ਪੇਸ਼ ਕਰ ਚੁੱਕੇ ਹਨ। ਉਹ ਜਗ੍ਹਾ-ਜਗ੍ਹਾ ਜਾ ਕੇ ਆਪਣਾ ਏਜੰਡਾ ਦੱਸ ਰਹੇ ਹਨ। ਰਿਪਬਲਿਕਨ ਪਾਰਟੀ ਦੀ ਕਾਨਫਰੰਸ ਵਿੱਚ ਕਾਫੀ ਸਮੇਂ ਬਾਅਦ ਇੱਕ ਵਾਰ ਫਿਰ ਤੋਂ ਟਰੰਪ ਦਾ ਜਲਵਾ ਦਿਖਿਆ। ਕਾਨਫਰੰਸ ਦੇ ਆਖਰੀ ਦਿਨ ਟਰੰਪ ਨੇ ਡੈਮੋਕ੍ਰੈਟਿਕ ਪਾਰਟੀ ਤੇ ਤੰਜ ਕੱਸੇ। ਉਹਨਾਂ ਦੇ ਸਮਰਥਕਾਂ ਨਾਲ ਵਾਅਦਾ ਕੀਤਾ ਕਿ ਉਹ ਅਮਰੀਕਾ ਨੂੰ ਵੱਡਾ ਕਮਿਊਨਿਸਟਿਕ ਦੇਸ਼ ਬਣਨ ਤੋਂ ਬਚਾਉਣਗੇ, ਨਾਲ ਹੀ ਜੋ ਬਾਈਡਨ ਦੀ ਸਾਰੀਆਂ ਪਾਲਿਸੀਆਂ ਨੂੰ ਖਤਮ ਕਰ ਦੇਣਗੇ। ਇੱਕ ਪਾਸੇ ਜਿੱਥੇ ਟਰੰਪ ਆਪਣੇ ਸਮਰਥਕਾਂ ਵਿੱਚ ਫਿਰ ਤੋਂ ਪਕੜ ਨੂੰ ਮਜ਼ਬੂਤ ਬਣਾ ਰਹੇ ਹਨ, ਓਪੀਨੀਅਨ ਪੋਲਸ ਵਿੱਚ ਸਾਹਮਣੇ ਆਇਆ ਹੈ ਕਿ ਰਿਪਬਲਿਕਨ ਪਾਰਟੀ ਉਹਨਾਂ ਨੂੰ ਰਿਪਲੇਸ ਕਰਨ ਲਈ ਕਿਸੇ ਦੂਜੇ ਉਮੀਦਵਾਰ ਦੀ ਖੋਜ ਵਿੱਚ ਹੈ। ਫਲੋਰੀਡਾ ਦੇ ਗਵਰਨਰ ਰੌਨ ਡਿਸਾਂਟਿਸ ਨੂੰ ਆਪਣੇ ਬਦਲ ਵਜੋਂ ਦੇਖਿਆ ਜਾ ਰਿਹਾ ਹੈ। ਹਾਲਾਂਕਿ ਹੁਣ ਤੱਕ ਉਹਨਾਂ ਨੇ ਆਪਣੀ ਦਾਅਵੇਦਾਰੀ ਪੇਸ਼ ਵੀ ਨਹੀਂ ਕੀਤੀ ਹੈ। ਟੈਕਸਾਸ ਰਾਜ ਦੇ ਇੱਕ ਛੋਟੇ ਜਿਹੇ ਕਸਬੇ ਦੇ ਇੱਕ ਘਰ ਦੇ ਵਿੱਚ 3 ਬੱਚੇ ਮ੍ਰਿਤਕ ਹਾਲਤ ਵਿੱਚ ਮਿਲਣ ਦੀ ਖਬਰ ਸਾਹਮਣੇ ਆਈ ਹੈ, ਜਦਕਿ 2 ਬੱਚਿਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਹ ਜਾਣਕਾਰੀ ਇਲਿਸ ਕਾਉਂਟੀ ਸ਼ੈਰਿਫ ਦਫ਼ਤਰ ਨੇ ਦਿੱਤੀ। ਚਾਈਲਡ ਪ੍ਰੋਟੈਕਟਿਵ ਸਰਵਿਸ ਨੇ ਕਿਹਾ ਕਿ ਬੱਚੇ ਆਪਸ ਵਿੱਚ ਭੈਣ-ਭਰਾ ਸਨ। ਟੈਕਸਾਸ ਡਿਪਾਰਟਮੈਂਟ ਆਫ ਫੈਮਿਲੀ ਐਂਡ ਪ੍ਰੋਟੈਕਟਿਵ ਸਰਵਿਸ ਦੇ ਅਧਿਕਾਰੀ ਟਿਫਾਨੀ ਬਟਲਰ ਅਨੁਸਾਰ ਬੱਚੇ ਆਰਜ਼ੀ ਤੌਰ ਤੇ ਚਾਈਲਡ ਪ੍ਰੋਟੈਕਟਿਵ ਸਰਵਿਸ ਅਧੀਨ ਸਨ। ਉਹਨਾਂ ਨੇ ਕਿਹਾ ਕਿ ਅਸੀਂ ਇਸ ਦੁਖਦਾਈ ਘਟਨਾ ਤੋਂ ਗਹਿਰੇ ਸਦਮੇ ਵਿੱਚ ਹਾਂ ਤੇ ਘਟਨਾ ਦੀ ਜਾਂਚ ਵਾਸਤੇ ਇਨਫੋਰਸਮੈਂਟ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ। ਇਟਲੀ ਨਾਂ ਦਾ ਕਸਬਾ ਜਿੱਥੇ ਇਹ ਘਟਨਾ ਵਾਪਰੀ ਡਲਾਸ ਦੇ ਦੱਖਣ ਵਿੱਚ ਤਕਰੀਬਨ 40 ਮੀਲ ਦੂਰ ਸਥਿਤ ਹੈ। ਸ਼ੈਰਿਫ ਡਿਪਟੀ ਜੈਰੀ ਕੋਜ਼ਬੀ ਨੇ ਕਿਹਾ ਕਿ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ, ਜਿਸ ਤੋਂ ਪੁੱਛ ਪੜਤਾਲ ਜਾਰੀ ਕੀਤੀ ਗਈ ਹੈ। ਅਮਰੀਕਾ ਵਿੱਚ ਦਿਨੋ ਦਿਨ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਇੱਥੇ ਗੋਲੀਬਾਰੀ ਦੀਆਂ ਘਟਨਾ ਜਿਹੜੀਆਂ ਨੇ ਰੋਜ਼ ਸਾਹਮਣੇ ਆ ਰਹੀਆਂ ਹਨ, ਜਿੱਥੇ ਇੱਕ ਹੋਰ ਘਟਨਾ ਸਾਹਮਣੇ ਆਈ ਹੈ। ਜਾਰਜੀਆ ਦੇ ਡਗਲਸ ਕਾਉਂਟੀ ਵਿੱਚ ਇੱਕ ਘਰੇਲੂ ਪਾਰਟੀ ਦੌਰਾਨ 2 ਗੁੱਟਾਂ ਦੇ ਵਿੱਚ ਹਿੰਸਕ ਝੜਪ ਹੋ ਗਈ। ਇਸ ਪਾਰਟੀ ਵਿੱਚ 100 ਤੋਂ ਵੱਧ ਨਾਬਾਲਗ ਸ਼ਾਮਲ ਹੋਣ ਲਈ ਪਹੁੰਚੇ ਹੋਏ ਸਨ। ਗੋਲੀਬਾਰੀ 'ਚ 2 ਬੱਚਿਆਂ ਦੀ ਮੌਤ ਹੋ ਗਈ, ਜਦਕਿ 6 ਹੋਰ ਜ਼ਖਮੀ ਹੋ ਗਏ। ਪੁਲਿਸ ਅਧਿਕਾਰੀਆਂ ਨੇ CNN ਨੂੰ
ਦੱਸਿਆ ਕਿ ਇਹ ਘਟਨਾ ਅਟਲਾਂਟਾ ਤੋਂ ਲਗਭਗ 20 ਮੀਲ ਪੱਛਮ ਵਿੱਚ ਡਗਲਸਵਿਲੇ ਸ਼ਹਿਰ ਵਿੱਚ ਵਾਪਰੀ ਹੈ। ਘਰ ਦੇ ਮਾਲਕ ਮੁਤਾਬਕ ਉਸਨੇ ਆਪਣੀ ਬੇਟੀ ਦੇ 16ਵੇਂ ਜਨਮ ਦਿਨ ਤੇ ਪਾਰਟੀ ਦਾ ਆਯੋਜਨ ਕੀਤਾ ਸੀ। ਪਾਰਟੀ 'ਚ ਬੇਟੀ ਦੇ 100 ਤੋਂ ਵੱਧ ਦੋਸਤਾਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਕੁਝ ਲੋਕਾਂ ਨੇ ਭੰਗ ਦਾ ਸੇਵਨ ਕਰਨਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਉਹਨਾਂ ਨੇ ਰਾਤ 10 ਵਜੇ ਪਾਰਟੀ ਖਤਮ ਕਰਨ ਦਾ ਫੈਸਲਾ ਕੀਤਾ। ਇਸ ਦੌਰਾਨ ਗੋਲੀਬਾਰੀ ਹੋਈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ 'ਚ ਜੁਟੀ ਹੋਈ ਹੈ। ਘਟਨਾ ਸਾਹਮਣੇ ਆਈ ਹੈ ਕਿ ਜਾਰਜੀਆ ਦੇ ਡਗਲਸ ਕਾਉਂਟੀ ਵਿੱਚ ਇੱਕ ਘਰੇਲੂ ਪਾਰਟੀ ਦੌਰਾਨ ਇਸ ਝੜਪ ਤੋਂ ਬਾਅਦ ਜਿਹੜੇ ਨੇ ਦੋ ਬੱਚਿਆਂ ਦੀ ਮੌਤ ਹੋ ਗਈ ਹੈ ਅਤੇ ਕੁਝ ਜ਼ਖਮੀ ਹੋ ਗਏ ਹਨ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਪ੍ਰਵਾਸੀਆਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਬ੍ਰਿਟੇਨ ਆਉਣ ਤੋਂ ਰੋਕਣ ਲਈ ਪ੍ਰਸਤਾਵਿਤ ਨਵੇਂ ਕਾਨੂੰਨ ਦੇ ਨਾਲ ਗੈਰ ਕਾਨੂੰਨੀ ਇਮੀਗ੍ਰੇਸ਼ਨ ਤੇ ਕਾਰਵਾਈ ਕਰਨ ਦਾ ਐਲਾਨ ਕੀਤਾ ਹੈ। ਗੈਰ ਕਾਨੂੰਨੀ ਪ੍ਰਵਾਸੀ ਖਤਰਨਾਕ ਛੋਟੀਆਂ ਕਿਸ਼ਤੀਆਂ 'ਚ ਬ੍ਰਿਟੇਨ ਪਹੁੰਚਣ ਲਈ ਇੰਗਲਿਸ਼ ਚੈਨਲ ਪਾਰ ਕਰਦੇ ਹਨ। ਭਾਰਤੀ ਮੂਲ ਦੇ ਬ੍ਰਿਟਿਸ਼ ਨੇਤਾ ਨੇ ਗੁਆਂਢੀ ਦੇਸ਼ ਫਰਾਂਸ ਅਤੇ ਬ੍ਰਿਟੇਨ ਦੀ ਸਮੁੰਦਰੀ ਸਰਹੱਦ ਵਿਚਕਾਰ ਗੈਰ ਕਾਨੂੰਨੀ ਰਸਤਿਆਂ ਤੇ ਰੋਕ ਲਗਾਉਣ ਨੂੰ ਇਸ ਸਾਲ ਆਪਣੀਆਂ ਪ੍ਰਮੁੱਖ ਤਰਜੀਹਾਂ 'ਚ ਸ਼ਾਮਲ ਕੀਤਾ ਹੈ। ਸੁਨਕ ਦੀ ਅਗਵਾਈ ਵਾਲੀ ਸਰਕਾਰ ਅਤੇ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਹੁਣ ਇਸ ਮੁੱਦੇ ਨੂੰ ਹੱਲ ਕਰਨ ਲਈ ਅਗਲੇ ਹਫ਼ਤੇ ਸੰਸਦ ਵਿੱਚ ਇੱਕ ਬਿੱਲ ਪੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ। ਉਹਨਾਂ ਨੇ ਕਿਹਾ ਕਿ ਕੋਈ ਗਲਤੀ ਨਾ ਕਰੋ, ਜੇਕਰ ਤੁਸੀਂ ਗੈਰ ਕਾਨੂੰਨੀ ਤੌਰ ਤੇ ਇੱਥੇ ਆਉਂਦੇ ਹੋ ਤਾਂ ਤੁਸੀਂ ਇੱਥੇ ਨਹੀਂ ਰਹਿ ਸਕਦੇ। ਇੱਕ ਖਬਰ ਦੇ ਅਨੁਸਾਰ ਸੁਨਕ ਨੂੰ ਲੱਗਦਾ ਹੈ ਕਿ ਉਹਨਾਂ ਨੇ ਉਸ ਸਮੱਸਿਆ ਦਾ ਹੱਲ ਲੱਭ ਲਿਆ ਹੈ ਜੋ ਪਿਛਲੇ 4 ਸਾਲਾਂ ਤੋਂ ਸਰਕਾਰ ਨੂੰ ਪਰੇਸ਼ਾਨ ਕਰ ਰਹੀ ਹੈ। ਬ੍ਰੇਵਰਮੈਨ ਨੇ ਇੱਕ ਅਖਬਾਰ ਦੇ ਜ਼ਰੀਏ ਕਿਹਾ ਕਿ ਬ੍ਰਿਟੇਨ ਇਸ ਮੁੱਦੇ ਨੂੰ ਸੁਲਝਾਉਣਾ ਚਾਹੁੰਦਾ ਹੈ। ਬ੍ਰੇਵਰਮੈਨ ਨੇ ਕਿਹਾ ਕਿ ਜੇ ਤੁਸੀਂ ਇੱਥੇ ਗੈਰ ਕਾਨੂੰਨੀ ਤੌਰ ਤੇ ਆਉਂਦੇ ਹੋ ਤਾਂ ਤੁਹਾਨੂੰ ਹਿਰਾਸਤ ਦੇ ਵਿੱਚ ਲੈ ਲਿਆ ਜਾਵੇਗਾ ਅਤੇ ਤੁਹਾਨੂੰ ਜਲਦੀ ਤੋਂ ਜਲਦ ਦੇਸ਼ ਨਿਕਾਲਾ ਦੇ ਦਿੱਤਾ ਜਾਵੇਗਾ। ਸਾਡੇ ਕਾਨੂੰਨ ਆਪਣੇ ਇਰਾਦੇ ਅਤੇ ਲਾਗੂ ਕਰਨ ਵਿੱਚ ਸਰਲ ਹੋਣਗੇ ਤੇ ਬਰਤਾਨੀਆ ਵਿੱਚ ਆਉਣ ਦਾ ਸਿਰਫ ਇੱਕ ਸੁਰੱਖਿਅਤ ਰਸਤਾ ਹੋਵੇਗਾ ਜੋ ਕਾਨੂੰਨੀ ਰਸਤਾ ਹੋਵੇਗਾ। ਬ੍ਰਿਟੇਨ ਦੀ ਪਹਿਲੀ ਮਹਿਲਾ ਸਿੱਖ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਦੱਸਿਆ ਕਿ ਉਸ ਨੂੰ ਧਮਕੀ ਭਰਿਆ ਈਮੇਲ ਸੰਦੇਸ਼ ਮਿਲਿਆ ਹੈ। ਇਸ ਤੋਂ ਬਾਅਦ ਉਸਨੇ ਪੁਲਿਸ ਨਾਲ ਸੰਪਰਕ ਕੀਤਾ। ਪ੍ਰੀਤ ਕੌਰ ਗਿੱਲ ਨੇ ਕਿਹਾ ਕਿ ਉਸ ਨੂੰ ਈਮੇਲ ਰਾਹੀਂ ਧਮਕੀ ਮਿਲੀ ਜਿਸ ਤੇ ਲਿਖਿਆ ਗਿਆ ਸੀ ਵਾਚ ਯੂਰ ਬੈਕ, ਆਪਣੇ ਪਿੱਛੇ ਵੇਖੋ। ਬਰਮਿੰਗਮ ਦੇ ਸੀਨੀਅਰ ਲੇਬਰ ਐਮਪੀ ਐਜ ਵੇਸਟਨ ਨੇ ਕਿਹਾ ਕਿ ਈਮੇਲ ਤੋਂ ਬਾਅਦ ਉਸ ਨੂੰ ਆਪਣੇ ਹਲਕੇ ਦੀ ਮੀਟਿੰਗਾਂ ਵਿੱਚ ਜਾਣ ਲਈ ਇੱਕ ਬਾਡੀਗਾਰਡ ਰੱਖਣ ਲਈ ਮਜਬੂਰ ਹੋਣਾ ਪਿਆ। ਗਿੱਲ ਨੇ ਇੱਕ ਬਿਆਨ ਦੇ ਵਿੱਚ ਦੱਸਿਆ ਕਿ ਇਸ ਤਾਜ਼ਾ ਮਿਲੀ ਧਮਕੀ ਨੇ ਉਸ ਨੂੰ ਸੱਚਮੁੱਚ ਚਿੰਤਿਤ ਕਰ ਦਿੱਤਾ ਹੈ। ਇਹ ਚਿੰਤਾ ਵਾਲੀ ਗੱਲ ਹੈ ਕਿਉਂਕਿ ਉਹ ਹਰ ਸਮੇਂ ਹਲਕੇ ਵਿੱਚ ਆਪਣੀਆਂ ਧੀਆਂ ਦੇ ਨਾਲ ਹੈ। ਮੇਰਾ ਪਰਿਵਾਰ ਉੱਥੇ ਰਹਿੰਦਾ ਹੈ। ਇੱਕ ਔਰਤ ਹੋਣ ਦੇ ਨਾਤੇ ਜਦੋਂ ਤੁਸੀਂ ਆਪਣੇ ਆਪ ਨੂੰ ਅੱਗੇ ਰੱਖਦੇ ਹੋ ਤਾਂ ਤੁਸੀਂ ਬੇਇਨਸਾਫੀ ਨੂੰ ਹੱਲ ਕਰਨਾ ਚਾਹੁੰਦੇ ਹੋ ਤੇ ਤੁਸੀਂ ਉਹਨਾਂ ਮੁੱਦਿਆਂ ਦੀ ਪਰਵਾਹ ਕਰਦੇ ਹੋ ਜੋ ਤੁਹਾਡੇ ਹਲਕੇ ਨੂੰ ਪ੍ਰਭਾਵਿਤ ਕਰਦੇ ਹਨ, ਤਾਂ ਤੁਹਾਨੂੰ ਉਹਨਾਂ ਲੋਕਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਸੋਚਦੇ ਹਨ ਕਿ ਤੁਹਾਨੂੰ ਇਸ ਤਰ੍ਹਾਂ ਦੀ ਗੱਲ ਕਹਿਣਾ ਠੀਕ ਹੈ। ਫਰਵਰੀ 'ਚ ਰੂਸ ਤੋਂ ਭਾਰਤ ਦਾ ਕੱਚਾ ਤੇਲ ਦੀ ਦਰਾਮਦ ਰਿਕਾਰਡ 1.6 ਲੱਖ ਬੈਰਲ ਪ੍ਰਤੀ ਦਿਨ ਤੇ ਪਹੁੰਚ ਗਈ ਹੈ। ਭਾਰਤ ਰੂਸ ਤੋਂ ਲਗਾਤਾਰ ਵੱਡੀ ਮਾਤਰਾ 'ਚ ਕੱਚੇ ਤੇਲ ਦੀ ਦਰਾਮਦ ਕਰ ਰਿਹਾ ਹੈ। ਇਰਾਕ ਅਤੇ ਸਾਊਦੀ ਅਰਬ ਰਿਵਾਇਤੀ ਤੌਰ ਤੇ ਭਾਰਤ ਦੇ ਸਭ ਤੋਂ ਵੱਡੇ ਸਪਲਾਇਰ ਰਹੇ ਹਨ, ਪਰ ਪਿਛਲੇ ਸਾਲ ਤੋਂ ਭਾਰਤ ਦਾ ਰੁਖ ਰੂਸ ਵੱਲ ਹੋ ਗਿਆ ਹੈ। ਇਸ ਕਾਰਨ ਰਵਾਇਤੀ ਸਪਲਾਇਰ ਪਿੱਛੇ ਰਹਿ ਗਏ ਹਨ। ਊਰਜਾ ਕਾਰਗੋ ਡਾਇਰੈਕਟਰ ਵੋਰਟੇਕਸਾ ਦੇ ਅਨੁਸਾਰ ਰੂਸ ਲਗਾਤਾਰ 5ਵੇਂ ਮਹੀਨੇ ਕੱਚੇ ਤੇਲ ਦਾ ਸਭ ਤੋਂ ਵੱਡਾ ਸਪਲਾਇਰ ਰਿਹਾ ਹੈ, ਜਿਸ ਨੂੰ ਰਿਫਾਈਨਰੀ ਵਿੱਚ ਪੈਟਰੋਲ ਅਤੇ ਡੀਜ਼ਲ ਵਿੱਚ ਬਦਲਿਆ ਜਾਂਦਾ ਹੈ। ਰੂਸ ਆਪਣੇ ਤੇਲ ਦੀਆਂ ਕੀਮਤਾਂ ਤੇ ਛੋਟ ਦੇ ਰਿਹਾ ਹੈ। ਇਸ ਕਾਰਨ ਭਾਰਤੀ ਰਿਫਾਈਨਰੀ ਭਰਪੂਰ ਮਾਤਰਾ ਵਿੱਚ ਤੇਲ ਦੀ ਦਰਾਮਦ ਕਰ ਰਹੇ ਹਨ। ਫਰਵਰੀ 2022 ਵਿੱਚ ਰੂਸ ਯੂਕਰੇਨ ਸੰਘਰਸ਼ ਸ਼ੁਰੂ ਹੋਣ ਤੋਂ ਪਹਿਲਾਂ ਭਾਰਤ ਦੀ ਦਰਾਮਦ ਬਾਸਕਟ ਵਿੱਚ ਰੂਸੀ ਤੇਲ ਦੀ ਹਿੱਸੇਦਾਰੀ 1% ਤੋਂ ਵੀ ਘੱਟ ਸੀ, ਪਰ ਫਰਵਰੀ 2023 ਵਿੱਚ ਇਹ ਹਿੱਸਾ ਵੱਧ ਕੇ 35% ਹੋ ਗਿਆ ਅਤੇ ਰੋਜ਼ਾਨਾ ਆਯਾਤ ਦਾ ਅੰਕੜਾ 1.62 ਪ੍ਰਤੀ ਲੱਖ ਬੈਰਲ ਹੋ ਗਿਆ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਸਵਿਟਜ਼ਰਲੈਂਡ ਦੇ ਜਿਨੇਵਾ 'ਚ ਸੰਯੁਕਤ ਰਾਸ਼ਟਰ ਦੀ ਇਮਾਰਤ ਦੇ ਸਾਹਮਣੇ ਭਾਰਤ ਵਿਰੋਧੀ ਪੋਸਟਰ ਲਹਿਰਾਉਣ ਤੇ ਇਤਰਾਜ਼ ਜਤਾਇਆ ਹੈ। ਇਸ ਮਾਮਲੇ ਵਿੱਚ ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਸਵਿਸ ਰਾਜਦੂਤ ਨੂੰ ਤਲਬ ਕੀਤਾ ਗਿਆ ਸੀ। ਰਾਜਦੂਤ ਦੇ ਸਾਹਮਣੇ ਧਰਨਾ ਦਿੱਤਾ ਗਿਆ। ਮੀਡੀਆ ਰਿਪੋਰਟਾਂ ਦੇ ਅਨੁਸਾਰ ਸਵਿਸ ਰਾਜਦੂਤ ਨੇ ਵਿਦੇਸ਼ ਮੰਤਰਾਲੇ ਨੂੰ ਕਿਹਾ ਕਿ ਉਹ ਬਰਨ ਨੂੰ ਪੂਰੀ ਗੰਭੀਰਤਾ ਨਾਲ ਭਾਰਤ ਦੀਆਂ ਚਿੰਤਾਵਾਂ ਤੋਂ ਜਾਣੂ ਕਰਵਾਉਣਗੇ। ਬਰਨ ਸਵਿਟਜ਼ਰਲੈਂਡ ਦੀ ਰਾਜਧਾਨੀ ਹੈ। ਸਵਿਟਜ਼ਰਲੈਂਡ ਵਿੱਚ ਹੀ ਸੰਯੁਕਤ ਰਾਸ਼ਟਰ ਦੇ ਕਈ ਦਫ਼ਤਰ ਹਨ। ਇਨ੍ਹਾਂ ਵਿੱਚੋਂ ਜਨੇਵਾ ਵਿੱਚ ਸੰਯੁਕਤ ਰਾਸ਼ਟਰ ਦਫ਼ਤਰ ਦੇ ਸਾਹਮਣੇ ਭਾਰਤ ਵਿਰੋਧੀ ਪੋਸਟਰ ਲੱਗੇ ਹੋਏ ਸਨ। ਇਸ ਦਾ ਉੱਥੇ ਮੌਜੂਦ ਭਾਰਤੀ ਭਾਈਚਾਰੇ ਨੇ ਵਿਰੋਧ ਕੀਤਾ। ਇਸ ਤੋਂ ਬਾਅਦ ਨਵੀਂ ਦਿੱਲੀ ਵਿੱਚ ਭਾਰਤੀ ਵਿਦੇਸ਼ ਮੰਤਰਾਲੇ ਨੇ ਵੀ ਇਸ ਮਾਮਲੇ ਵਿੱਚ ਸਵਿਸ ਰਾਜਦੂਤ ਨੂੰ ਤਲਬ ਕਰ ਦਿੱਤਾ।
ਬਲੈਕ ਲਾਈਵਜ਼ ਮੈਟਰ ਯੂਕੇ ਦੇ ਦੇਸ਼ ਭਰ 'ਚ ਕਾਲੇ ਮੂਲ ਦੇ ਲੋਕਾਂ ਦੀ ਅਗਵਾਈ ਕਰਨ ਵਾਲੀਆਂ ਸੰਸਥਾਵਾਂ ਅਤੇ ਮੁਹਿੰਮ ਸਮੂਹਾਂ ਨੂੰ ਫੰਡਿੰਗ ਵਿੱਚ ਹੋਰ 3,50,000 ਪੌਂਡ ਜਾਰੀ ਕੀਤੇ ਹਨ, ਜਿਸ ਨਾਲ ਸੰਨ 2020 ਤੋਂ ਮੁੜ ਵੰਡੇ ਗਏ ਪੌਂਡ ਅੱਧਾ ਮਿਲੀਅਨ ਪੌਂਡ ਤੋਂ ਵੱਧ ਹੋ ਗਿਆ ਹੈ। 2020 ਦੀਆਂ ਗਰਮੀਆਂ ਦੌਰਾਨ ਵਿਆਪਕ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਬਲੈਕ ਲਾਈਵਜ਼ ਮੈਟਰ ਯੂਕੇ ਨੂੰ 36,000 ਤੋਂ ਵੱਧ ਲੋਕਾਂ ਨੂੰ ਦਾਨ ਵਿੱਚ 1.2 ਮਿਲੀਅਨ ਪ੍ਰਾਪਤ ਹੋਏ ਸਨ। ਇਸ ਰਾਸ਼ੀ ਨੂੰ ਨਸਲਵਾਦ ਵਿਰੋਧੀ ਅਤੇ ਕਾਲੇ ਅਗਵਾਈ ਵਾਲੇ ਭਾਈਚਾਰਕ ਸੰਗਠਨਾਂ ਵਿੱਚ ਲਗਭਗ 4 ਦਹਾਕਿਆਂ ਵਿੱਚ ਸਭ ਤੋਂ ਵੱਡੇ ਨਿਵੇਸ਼ਾਂ ਚੋਂ ਇੱਕ ਦੱਸਿਆ ਗਿਆ ਹੈ ਅਤੇ ਹੁਣ ਹੋਰ 17 ਸਮੂਹਾਂ ਨੂੰ ਬਲੈਕ ਲਾਈਵਜ਼ ਮੈਟਰ ਯੂਕੇ ਦੇ ਫੰਡਿੰਗ ਤੇ ਦੂਜੇ ਦੌਰ ਵਿੱਚ ਪੈਸਾ ਪ੍ਰਾਪਤ ਹੋਇਆ ਹੈ। ਸੰਗਠਨ ਨੇ ਕਿਹਾ ਕਿ ਉਸਨੇ ਉਹਨਾਂ ਸਮੂਹਾਂ ਨੂੰ ਦਾਨ ਦਿੱਤਾ ਹੈ ਜੋ ਦੁਸ਼ਮਣੀ ਵਾਲੇ ਮਾਹੌਲ ਅਤੇ ਸਰਹੱਦੀ ਨਿਯੰਤਰਣ ਨੂੰ ਖਤਮ ਕਰਨ, ਭਾਈਚਾਰਿਆਂ ਵਿੱਚ ਨਿਵੇਸ਼ ਕਰਨ, ਸਿੱਖਿਆ ਨੂੰ ਬਦਲਣ ਅਤੇ ਕਾਲੇ ਮੂਲ ਦੇ ਲੋਕਾਂ ਦੀਆਂ ਕਲਾਵਾਂ ਅਤੇ ਸੱਭਿਆਚਾਰ ਨੂੰ ਸਮਰਥਨ ਦੇਣ ਦੇ ਹੱਕ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ। ਸੰਗਠਨ ਨੇ 2021 ਵਿੱਚ ਵੱਖ-ਵੱਖ ਮੁਹਿੰਮ ਸਮੂਹਾਂ ਨੂੰ ਪੁਲਿਸ, ਜੇਲ੍ਹ ਅਤੇ ਮਨੋਵਿਗਿਆਨਿਕ ਹਿਰਾਸਤ ਵਿੱਚ ਮੌਤਾਂ ਤੋਂ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ 1,69,733 ਪੌਂਡ ਜਾਰੀ ਕੀਤੇ ਸਨ। ਉਸ ਦੇ ਨਾਲ ਹੀ ਯੂਨਾਈਟਿਡ ਫਰੈਂਡਸ ਐਂਡ ਫੈਮਿਲੀਜ਼ ਮੁਹਿੰਮ ਲਈ 40,000 ਪੌਂਡ ਦਾ ਹੋਰ ਦਾਨ ਦਿੱਤਾ ਗਿਆ। ਇਸ ਦੇ ਨਾਲ ਹੀ 10,000 ਪੌਂਡ ਹੋਰ ਜ਼ਰੂਰੀ ਮੁਹਿੰਮਾਂ ਲਈ ਵੀ ਦਾਨ ਕੀਤੇ ਗਏ। ਕੁੱਲ ਮਿਲਾ ਕੇ ਬਲੈਕ ਲਿਵਜ਼ ਮੈਟਰ ਯੂਕੇ ਨੇ ਹੁਣ ਤੱਕ ਫੰਡਿੰਗ ਅਤੇ ਦਾਨ ਵਿੱਚ 5,69,733 ਪੌਂਡ ਦਾਨ ਕੀਤੇ ਹਨ। रूस ने यूक्रेन ते वड्डा हमला किया है। पुतिन ने फौज यूक्रेन ते बखूमत शहर ते कब्जा करने की तैयारी च है। रूस इस लई लंबे समय की कोशिश कर रहा है। बखूमत शहर रूस लई बहुत महत्वपूर्ण है। रूसी तोपां इत्थे अग वरा रही हैं। बखूमत शहर के परेशान लोग यूक्रेनी फौज की मदद नाल अपने घर छड्डण अते पैदल शहर तो भज्जण लई मजबूर हो गए हैं। रूस अते यूक्रेन विचाले 1 साल तो युद्ध चल रहा है। रूस हुण बखूमत शहर ते कब्जा करने लई इह जंग कर रहा है। बखूमत शहर कई महीनों तो रूसी फौज के निशाने ते रहा है। इस कारण शनिवार नूं बखूमत के नेड़े कुछ लोगों ने देखा कि यूक्रेनी फौजां नूं नेड़ले पिंड खरोमोव तक पहुंचण विच मदद करने लई एक अस्थाई पुल बनाया जा रहा है। इस तो बाद खरोमोव विच हमले शुरू हो गए अते घट्टो घट्ट 5 घरां नूं अग लगा दी गई। कुछ दिन पहला ही रूसी सैनिकों ने यूक्रेन के शहर बखूमत नूं जाण वाले रस्ते ते तोपां दागियां सन। रूस ने बखूमत तक पहुंचण लई होर सारे रस्ते पहला ही बंद कर दिते हैं। रूस ने वैगनर फौज के मुखी ने कहा कि यह सड़क अजे भी यूक्रेन की फौज लिए खुली सी, पर हुण इसनूं बंद कर दिता गया है। यह शहर हुण खंडरां विच तब्दील हो चुका है। राइटर्स के अनुसार बखूमत के पश्चिम वाल जाने वाले रस्ते ते रूसी गोलीबारी हुई है, जो कि यूक्रेनी फौज की पहुंच नूं रोकण के उद्देश्य नाल कीती गई सी। रूस का कहना है कि साडा यह निशाना डोनबास उद्योगिक खेत्र ते कब्जा करने लई एक महत्वपूर्ण कदम होवेगा। युद्ध तो पहला बखूमत लून अते जिप्सम दीआं खानां लई जानिया जांदा सी। इस दे नाल ही यूक्रेन का कहना है कि शहर का रणनीतिक महत्व बहुत घट गया है। फिलीपींस के सूबाई गवर्नर और 5 होरनां दा कतल करने वाले एक शक्की और 3 होर गिरफ्तार किया गया है। अधिकारियों ने एतवार नूं दस्सिया कि पुलिस ने अन्नेवाह गोलीबारी च मारे गए सेंट्रल फिलीपींस प्रोविंशियल गवर्नर रोयल डेगामो और 5 होरनां दे मामले च एक शक्की समेत 3 लोगों को गिरफ्तार किया है। देश च हाल ही दे सियासी नेतावां ने लगातार हो रहे हमलिਆਂ तहत 6 हथियारबंद हमलावर फौज की वर्दी च शनिवार रात निगरो मूल के गवर्नर के घर च दाखिल हुए और अन्नेवाह फायरिंग करके उन्हों का कतल कर दिता। इस हमले की राष्ट्रपति फर्डिनैंड मार्कस जूनियर ने निखेधी करदे कहा कि अजिहे हत्याकांड नूं अंजाम देण वालियां नूं जदों तक गिरफ्तार करके उन्हों के अंजाम तक नहीं पहुंचाया जाता, उदों तक सरकार शांत नहीं रहेगी। जिस समय असलाधारी हमलावर पपलोना स्थित राष्ट्रपति भवन में दाखिल हुए, उस समय डेगामो डॉक्टरी और दूजियां सहूलतां हासिल करने के मकसद नाल आए गरीब लोगों नाल मुलाकात कर रहे सन। इस दौरान अचानक हमलावर पहुंच गए और अन्नेवाह गोलीबारी शुरू कर दी। पुलिस रिपोर्टों मुताबिक हमलावर हमले तो बाद 3 SUV कारां च सवार होकर मौके तो फरार हो गए। इन्हां कारां नूं शहर के बाहरों बरामद किया गया है और लगभग 10 लोगों ने हमलावरां नूं कारां चों उतर के भजदे हुए वेख्या। पुलिस अनुसार इस हमले च फौज के 2 जवान और 1 डॉक्टर समेत 7 लोग जख्मी हो गए। हमले तो बाद पुलिस ने तुरंत हरकत च आउंदियां रस्तियां ते चैकिंग शुरू कर दी और बाद च शनिवार को 3 शक्कियां नूं गिरफ्तार भी कर लिया। गिरफ्तार हमलावर च 2 साबका फौजी भी हैं, जिन्हां चों एक हमले तो बाद हथियारबंद नाल झड़प च मारिया गया।
ਬ੍ਰਿਟੇਨ यूरोप तो आने वाले गैर कानूनी प्रवासियों ਤੇ शिकंजा कसण ਲਈ ਇੱਕ ਨਵਾਂ ਕਾਨੂੰਨ ਲਿਆ ਰਿਹਾ ਹੈ। मीडिया रिपोर्टां के मुताबिक इस कानून बारे मंगलवार को खुलासा किया जाएगा। ब्रिटेन की गृह सकੱਤਰ सुएला ब्रेवरमैन ने एतवार को अपनी चिंता जाहिर करदिया कहा कि हुण बहुत हो गया है। ब्रिटिश सरकार द्वारा कई महीनों तो गैर कानूनी प्रवासियों के मुद्दे नाल नजिठण लई कदम चुकण का वादा कर रही है। पिछले साल ही इंग्लिश चैनल पार करने वाले लोगों की गिनती 45,000 तो वध हो गई सी। ब्रिटिश लोग हुण इस मामले ਨੂੰ सुलझाउणा चाहते हैं। गृह सकੱਤਰ ने कहा कि ਅਸੀਂ सख्त गल्लां ते नाकाफी कार्रवाइयां तो थक गए हाँ, हुण सानू इन्हां किश्तियां ਨੂੰ रोकना चाहिए है। ऋषि सुनक ने ब्रिटिश के PM ਅਹੁਦੇ ਲਈ हुण होण वालीआं चोणां विच प्रवासी मुद्दे ਨੂੰ भी अपनीआं 5 तरजीहां विचों एक दस्सिया सी। ब्रिटेन उम्मीद है कि हुण नवा कानून गैर कानूनी प्रवासियों ते लगाम लगा सकेगा। एतवार ਨੂੰ सन ਦੀ एक रिपोर्ट के अनुसार प्रस्तावित नवे कानून का मतलब होगा कि छोटियां किश्तियां ते देश विच आने वाले सारे प्रवासियों ਨੂੰ शरण नहीं दी जाएगी और गैर कानूनी तौर पर देश विच रह रहे लोगों ਨੂੰ सुरक्षित देश भेज दिया जाएगा। ओंटारियो ਦੇ ਸਕਾਰਬਰੋ ਵਿੱਚ सड़क ਤੇ बर्फ पई होने कारण ਵੱਡਾ हादसा वापर गया। बर्फबारी कारण 3 ਗੱਡੀਆਂ ਦੀ ਜ਼ਬਰਦਸਤ टक्कर हो गई, जिस कारण एक व्यक्ति की जान चली गई जबकि बाकिया का बचाव हो गया। ओंटारियो प्रोविंशियल पुलिस ने इस संबंधी जानकारी दिंदे दस्सिया कि ਸਕਾਰਬਰੋ ਦੇ हाईवे ते 401 ते एक हादसा वापरिया, जिस दौरान एक की मौत हो गई ते बाकी जख्मी हो गए। तिब्बत ਨੂੰ ਲੈ ਕੇ चीन की नवी साजिश का खुलासा होया है। हुण चीनी सरकार द्वारा चलाए जा रहे बोर्डिंग स्कूलों च तिब्बतियां की भाषा, सभ्याचार और पहचान ਨੂੰ ब्रेन वॉश करके तबाह किया जा रहा है। एक मीडिया रिपोर्ट के अनुसार माहिर कहते हैं कि असी तिब्बती विद्यक, धार्मिक और भाषाई संस्थावां के विरुद्ध दमनकारी कार्रवाइयां की एक लड़ी द्वारा तिब्बती पहचान ਨੂੰ जबरदस्ती खत्म करने की कोशिश तो चिंतित हाँ। इन्हां रिहायशी स्कूलों में विद्यक समग्री और वातावरण बहुगिनती हैं, सभ्याचार के आले दुआले बनाई गई हैं। पाठ पुस्तकां लगभग पूरी तरह उन्हां तजर्बियां ਨੂੰ दर्शाउंदा है जिन्हां दा हान विद्यार्थियों ਨੂੰ उन्हां दे जीवन दौरान सामना करना पैंदा है। तिब्बती बच्चों ਨੂੰ ਢੁਕਵੀਆਂ तिब्बती परंपरावां ਅਤੇ ਸੱਭਿਆਚਾਰ ਸਿੱਖਣ तक पहुंच तो बिना मैंडरिन चीनी विच लाजमी सिक्ख्या पाठक्रम पूरा करने ਲਈ मजबूर किया जा रहा है। सऊदी अरब च ਵੱਖ-ਵੱਖ अपराधों के 2 दोषी व्यक्तियों ਨੂੰ मौत की सज़ा दी गई। एक रिपोर्ट के अनुसार अधिकारक साउदी प्रेस एजेंसी ने शनिवार को इस गल का खुलासा किया कि एक व्यक्ति एक तेल संस्था ਨੂੰ उड़ाउण की कोशिश का दोषी है, जबकि दूजा व्यक्ति नाबालिगा नाल जबरन शरीरिक संबंध बनाउण का दोषी पाया गया। मीडिया रिपोर्ट अनुसार इस साल मौत की सज़ा की पहला मामला है। पिछले साल 147 लोगों को फांसी दी गई सी, जो कि साल 2021 के 69 के आंकड़े के 2 गुना तो ज़्यादा सन। पिछले साल की गिनती च मार्च 2022 इक्को दिन संबंधित अपराधों लई 81 लोगों को मौत की सज़ा देना शामिल सी। स्थानक मीडिया ने गृह विभाग का हवाला देते हुए कहा कि इस मौत की सज़ा सरकार की सुरक्षा और न्याय प्राप्त करने की बेसबरी नीति को प्रदर्शित करती है और होर मुलजमां लई चेतावनी है। मेटास्टैटिक प्रोस्टेट कैंसर के इलाज तो बाद एक अमरीकी व्यक्ति आयरिशी भाषा च बोलन लगा। 55 साल का व्यक्ति अपने जीवन च कदे भी आयरलैंड नहीं गया। वो अपने मौत तक उसे लहजे च बोलता रहा। अजिहा पहली बार होया है जदों किसी व्यक्ति च प्रोस्टेट कैंसर कारण विदेशी भाषा च बोलन के लक्षण विकसित हो गए। नाल ही कैंसर के कारण विदेशी भाषा च बोलन के लक्षणों वाला तीजा मामला है। होर 2 मामले ब्रेस्ट कैंसर और दिमागी कैंसर नाल जुड़े हुए सन। विदेशी भाषा च बोलन के लक्षण मस्तिष्क ਨੂੰ नुकसान पुजन के फलस्वरूप होंगे हैं, जिवें कि दिमागी सੱਟ कारण। दिमागी सੱਟ ਵੱਖ-ਵੱਖ तरह के बोलन और भाषा विकारां का कारण बन सकती है, पर विदेशी भाषा च बोलन के लक्षण ज़्यादा असाधारण हैं। इसके होर कारणों च दिमागी ढांचे की तब्दीली जिवें कैंसर, ट्यूमर, एसेफ्लाइटिस और डिमेंशिया वर्गे न्यूरोडिजेनरेटिव विकार शामिल हैं। चीन की संसद नेशनल पीपल्स कांग्रेस ने अपनी सालाना बैठक शुरू कर दी। राष्ट्रपति शी जिनपिंग इस दे उद्घाटनी सैशन च शामिल हुए। शी जिनपिंग ते तीजी वार बैठक ते मोहर लगाई जाएगी, जिस कारण उन्हां दी ताकत होर भी वध जाएगी। ये मीटिंग एक हफ्ते तक जारी रहेगी, जिस विच चीन सरकार विच बैठे मंत्रियों के तबादले किए जाएंगे। नाल ही कई नियुक्तियां भी होणगियां। रिपोर्टां के मुताबिक इस बैठक च शी जिनपिंग का कार्यकाल तीजी बार वधिया जाएगा, जिस कारण चीन विच उसकी ताकत होर मजबूत होगी।
ਰਿਪੋਰਟਾਂ ਦੇ ਅਨੁਸਾਰ ਕਮਿਊਨਿਸਟ ਪਾਰਟੀ ਅਹਿਮ ਅਹੁਦਿਆਂ ਤੇ ਬੈਠੇ ਮੰਤਰੀਆਂ ਅਤੇ ਸਰਕਾਰੀ ਅਦਾਰਿਆਂ ਦੇ ਅਧਿਕਾਰੀਆਂ ਦੇ ਤਬਾਦਲੇ ਕਰੇਗੀ। ਇਸ ਵਿੱਚ ਚੀਨ ਦੇ ਪ੍ਰਧਾਨ ਮੰਤਰੀ ਯਾਨੀ ਪ੍ਰਧਾਨ ਮੰਤਰੀ ਨੂੰ ਵੀ ਬਦਲਿਆ ਜਾ ਸਕਦਾ ਹੈ। ਮੌਜੂਦਾ ਸਮੇਂ 'ਚ ਸ਼ੀ ਜਿਨਪਿੰਗ ਦੇ ਵਫਾਦਾਰ ਕਹੇ ਜਾਣ ਵਾਲੇ ਲੀ ਕੈਕੀਯੋਂਗ ਇਸ ਅਹੁਦੇ ਤੇ ਹਨ, ਜਿਸ ਨੂੰ ਲੀ ਕੀਯੋਂਗ ਨੂੰ ਸੌਂਪਿਆ ਜਾਵੇਗਾ, ਜੋ ਸ਼ੰਘਾਈ ਸੂਬੇ 'ਚ ਪਾਰਟੀ ਦੇ ਮੁਖੀ ਸਨ। ਇਸ ਬੈਠਕ 'ਚ ਚੀਨ ਦੇ ਰੱਖਿਆ ਬਜਟ ਤੇ ਵੀ ਐਲਾਨ ਕੀਤਾ ਜਾਏਗਾ। ਇਸ ਸਾਲ ਚੀਨ ਆਪਣੀ ਰੱਖਿਆ ਤੇ 3 ਸਾਲ 2023 ਚ 18 ਲੱਖ ਕਰੋੜ ਰੁਪਏ ਖਰਚ ਕਰੇਗਾ, ਜੋ ਭਾਰਤ ਦੇ ਰੱਖਿਆ ਬਜਟ ਤੋਂ ਲਗਭਗ 3 ਗੁਣਾ ਵੱਧ ਹੈ। ਰੱਖਿਆ ਬਜਟ ਵਿੱਚ 7.2% ਦਾ ਵਾਧਾ ਕੀਤਾ ਗਿਆ। ਇਸ ਦੇ ਲਈ ਉੱਥੋਂ ਦੀ ਕਮਿਊਨਿਸਟ ਸਰਕਾਰ ਨੇ ਬਾਹਰੀ ਚੁਣੌਤੀਆਂ ਦਾ ਹਵਾਲਾ ਦਿੱਤਾ। ਇੱਕ ਰਿਪੋਰਟ ਦੇ ਅਨੁਸਾਰ ਸ਼ੀ ਜਿਨਪਿੰਗ ਚੀਨ ਦੇ ਸਭ ਤੋਂ ਤਾਕਤਵਰ ਵਿਅਕਤੀ ਹਨ। ਉਸ ਨੂੰ ਇਹ ਸਾਰੀ ਤਾਕਤ ਰਾਸ਼ਟਰਪਤੀ ਹੋਣ ਕਰਕੇ ਨਹੀਂ, ਸਗੋਂ ਚੀਨ ਦੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਹੋਣ ਕਾਰਨ ਮਿਲੀ ਹੈ। ਪਾਕਿਸਤਾਨ ਤੇ ਤੋਸ਼ਾਖਾਨਾ ਮਾਮਲੇ 'ਚ ਅਦਾਲਤ ਦੀ ਸੁਣਵਾਈ 'ਚ ਲਗਾਤਾਰ ਗੈਰ ਹਾਜ਼ਰ ਰਹਿਣ ਤੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਪ੍ਰਧਾਨ ਇਮਰਾਨ ਖਾਨ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਉਹਨਾਂ ਨੂੰ ਲਾਹੌਰ 'ਚ ਜ਼ਮਾਨ ਪਾਰਕ ਸਥਿਤ ਉਹਨਾਂ ਦੇ ਘਰ ਪਹੁੰਚੀ, ਪਰ ਇਮਰਾਨ ਖਾਨ ਪੁਲਿਸ ਨੂੰ ਚੁਕਾਨੀ ਦੇ ਕੇ ਨਿਕਲ ਗਏ ਅਤੇ ਪੁਲਿਸ ਨੂੰ ਖਾਲੀ ਹੱਥ ਵਾਪਸ ਪਰਤਣਾ ਪਿਆ। ਪਾਰਟੀ ਨੇਤਾ ਫਵਾਦ ਚੌਧਰੀ ਨੇ ਪੁਲਿਸ ਨੂੰ ਲਾਲ ਰੇਖਾ ਪਾਰ ਕਰਨ ਦੇ ਦੇਸ਼ ਪੱਧਰੀ ਵਿਰੋਧ ਪ੍ਰਦਰਸ਼ਨ ਦੀ ਚੇਤਾਵਨੀ ਦਿੱਤੀ। ਇਸਲਾਮਾਬਾਦ ਪੁਲਿਸ ਆਪਣੇ ਪੰਜਾਬ ਪੁਲਿਸ ਹਮ ਅਹੁਦਾ ਅਫਸਰਾਂ ਦੇ ਨਾਲ ਦੁਪਹਿਰ ਤੋਂ ਬਾਅਦ ਇਮਰਾਨ ਖਾਨ ਦੇ ਘਰ ਤੇ ਪਹੁੰਚੀ ਤਾਂ ਉਹਨਾਂ ਨੂੰ ਪਾਰਟੀ ਨੇਤਾਵਾਂ ਦੇ ਨਾਲ ਪੀਟੀਆਈ ਸਮਰਥਕਾਂ ਦੀ ਭੀੜ ਦਾ ਸਾਹਮਣਾ ਕਰਨਾ ਪਿਆ ਅਤੇ ਪੁਲਿਸ ਟੀਮ ਨੂੰ ਸੂਚਿਤ ਕੀਤਾ ਗਿਆ ਕਿ ਪੀਟੀਆਈ ਪ੍ਰਮੁੱਖ ਘਰ ਦੇ ਵਿੱਚ ਨਹੀਂ ਹੈ। ਪੁਲਿਸ ਅਧਿਕਾਰੀ ਇਮਰਾਨ ਦੇ ਘਰ ਦੇ ਕਮਰਿਆਂ 'ਚ ਗਏ ਪਰ ਉਹ ਉੱਥੇ ਨਹੀਂ ਮਿਲੇ। ਪੀਟੀਆਈ ਵਰਕਰਾਂ ਦੀ ਗਿਣਤੀ ਪੁਲਿਸ ਟੀਮ 'ਚ ਸ਼ਾਮਲ ਮੁਲਾਜ਼ਮਾਂ ਤੋਂ ਜ਼ਿਆਦਾ ਹੋਣ ਕਾਰਨ ਇਸਲਾਮਾਬਾਦ ਦੇ ਪੁਲਿਸ ਮੁਖੀ ਦੇ ਪਹਿਲਾਂ ਇਹ ਕਹਿਣ ਦੇ ਬਾਵਜੂਦ ਕਿ ਉਹ ਖਾਲੀ ਹੱਥ ਵਾਪਸ ਨਹੀਂ ਜਾਣਗੇ, ਗ੍ਰਿਫਤਾਰੀ ਨਹੀਂ ਕੀਤੀ ਜਾ ਸਕੀ। ਟੈਲੀਵਿਜ਼ਨ ਤੇ ਪ੍ਰਸਾਰਿਤ ਫੁਟੇਜ 'ਚ ਵਿਖਾਇਆ ਗਿਆ ਕਿ ਇਸਲਾਮਾਬਾਦ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਪੰਜਾਬ ਪੁਲਿਸ ਨੂੰ ਪੀਟੀਆਈ ਵਰਕਰਾਂ ਨੇ ਜ਼ਮਾਨ ਪਾਰਕ ਰਿਹਾਇਸ਼ ਦੇ ਬਾਹਰ ਰੋਕਿਆ ਹੋਇਆ ਸੀ। ਪਾਕਿਸਤਾਨ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਲਾਈਵ ਭਾਸ਼ਣਾਂ, ਰਿਕਾਰਡ ਕੀਤੇ ਭਾਸ਼ਣਾਂ ਤੇ ਪ੍ਰੈਸ ਕਾਨਫਰੰਸ ਦੇ ਪ੍ਰਸਾਰਣ ਤੇ ਪਾਬੰਦੀ ਲਗਾ ਦਿੱਤੀ ਹੈ। ARY ਦੀ ਰਿਪੋਰਟ ਦੇ ਅਨੁਸਾਰ ਇਸ ਦਾ ਫੈਸਲਾ ਪਾਕਿਸਤਾਨ ਇਲੈਕਟ੍ਰੋਨਿਕ ਮੀਡੀਆ ਰੈਗੂਲੇਸ਼ਨ ਅਥਾਰਟੀ ਨੇ ਐਤਵਾਰ ਨੂੰ ਲਿਆ, ਜਿੱਥੇ ਪਾਕਿਸਤਾਨ ਇਲੈਕਟ੍ਰੋਨਿਕ ਮੀਡੀਆ ਰੈਗੂਲੇਸ਼ਨ ਅਥਾਰਟੀ ਨੇ ਸਾਰੇ ਸੈਟੇਲਾਈਟ ਟੀਵੀ ਚੈਨਲਾਂ ਤੇ ਸਾਬਕਾ ਪ੍ਰਧਾਨ ਮੰਤਰੀ ਨਾਲ ਸੰਬੰਧਿਤ ਭਾਸ਼ਣਾਂ ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਗਾ ਦਿੱਤੀ ਹੈ। ਇਸ ਦਾ ਕਾਰਨ ਇਹ ਹੈ ਕਿ ਇਮਰਾਨ ਖਾਨ ਲਗਾਤਾਰ ਆਪਣੇ ਭਾਸ਼ਣਾਂ ਬਿਆਨਾਂ ਵਿੱਚ ਬੇਬੁਨਿਆਦ ਦੋਸ਼ ਲਗਾਉਂਦੇ ਹਨ। ਪਾਕਿਸਤਾਨ ਇਲੈਕਟ੍ਰੋਨਿਕ ਮੀਡੀਆ ਰੈਗੂਲੇਸ਼ਨ ਅਥਾਰਟੀ ਨੇ ਕਿਹਾ ਕਿ ਪੀਟੀਆਈ ਦੇ ਚੇਅਰਮੈਨ ਇਮਰਾਨ ਖਾਨ ਸਰਕਾਰੀ ਸੰਸਥਾਵਾਂ ਅਤੇ ਅਧਿਕਾਰੀਆਂ ਵਿਰੁੱਧ ਆਪਣਾ ਭੜਕਾਊ ਬਿਆਨਾਂ ਰਾਹੀਂ ਨਫ਼ਰਤ ਫੈਲਾ ਰਹੇ ਹਨ। ਇਹ ਅਮਨ ਕਾਨੂੰਨ ਦੀ ਸੰਭਾਲ ਲਈ ਠੀਕ ਨਹੀਂ ਹੈ। ਇਸ ਨਾਲ ਜਨਤਕ ਸ਼ਾਂਤੀ ਭੰਗ ਹੋਣ ਦੀ ਸੰਭਾਵਨਾ ਹੈ। PEMRA ਦੇ ਅਨੁਸਾਰ ਸਰਕਾਰੀ ਸੰਸਥਾਵਾਂ ਅਤੇ ਅਧਿਕਾਰੀਆਂ ਵਿਰੁੱਧ ਬੇਬੁਨਿਆਦ ਦੋਸ਼ਾਂ, ਮਾਨਹਾਨੀ ਅਤੇ ਗੈਰ ਵਾਜਬ ਬਿਆਨਾਂ ਦਾ ਪ੍ਰਸਾਰਣ ਪਾਕਿਸਤਾਨ ਦੇ ਸੰਵਿਧਾਨ ਦੀ ਧਾਰਾ 19 ਦੀ ਸ਼ਰੇਆਮ ਉਲੰਘਣਾ ਹੈ। मेगा स्टार अमिताभ बच्चन के प्रशंसकों ਲਈ बुरी खबर सामने आई है। बिग बी हैदराबाद च शूटिंग दौरान जख्मी हो गए हैं। एक एक्शन सीन करते समय अमिताभ बच्चन ਨੂੰ सट लग गई। सट कारण शूटिंग रद्द करनी पई। बिग बी डॉक्टरों की निगरानी ਦੇ ਵਿੱਚ ਹਨ। ਉਸ ਨੂੰ ਇਲਾਜ ਦੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਇਸ ਹਾਦਸੇ ਦੀ ਜਾਣਕਾਰੀ ਅਮਿਤਾਭ ਬੱਚਨ ਨੇ ਖੁਦ ਦਿੱਤੀ। ਅਦਾਕਾਰ ਨੇ ਦੱਸਿਆ ਕਿ हैदराबाद ਚ प्रोजेक्ट के ਦੀ ਸ਼ੂਟਿੰਗ ਦੌਰਾਨ ਉਸ ਨੂੰ ਸੱਟ ਲੱਗ ਗਈ ਸੀ। ਇਹ ਘਟਨਾ ਐਕਸ਼ਨ ਸ਼ਾਟ ਦੌਰਾਨ ਵਾਪਰੀ। ਅਮਿਤਾਭ ਨੂੰ ਪਸਲੀ 'ਚ ਸੱਟ ਲੱਗੀ। ਅਮਿਤਾਭ ਨੇ ਦੱਸਿਆ ਕਿ ਪਸਲੀ ਦਾ ਕਾਰਟਿਲੇਜ ਫਟ ਗਿਆ ਹੈ ਅਤੇ ਸੱਜੀ ਪਸਲੀ ਦੇ ਪਿੰਜਰੇ ਦੀ ਸਾਈਡ ਮਾਸਪੇਸ਼ੀ ਫਟ ਗਈ ਹੈ। ਸੱਟ ਲੱਗਣ ਤੋਂ ਬਾਅਦ ਸ਼ੂਟਿੰਗ ਰੋਕ ਦਿੱਤੀ ਗਈ। ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਰੇਹੜੂ ਕਸਬੇ ਦੇ ਦੋ ਨੌਜਵਾਨ ਪੰਜਾਬ ਦੀ ਪਾਂਗੜਾ ਨਹਿਰ ਵਿੱਚ ਡੁੱਬ ਗਏ ਸਨ। ਇਹ ਹਾਦਸਾ ਰੋਪੜ ਦੇ ਰੰਗੀਲਪੁਰ ਪੁਲ ਨੇੜੇ ਸੈਲਫੀ ਲੈਂਦੇ ਸਮੇਂ ਪੈਰ ਫਿਸਲਣ ਕਾਰਨ ਵਾਪਰਿਆ। ਨਹਿਰ ਵਿੱਚ ਰੁੜੇ ਨੌਜਵਾਨਾਂ ਦੇ ਨਾਮ ਸੁਮਿਤ ਪੋਹਾਰਟਾ ਪੁੱਤਰ ਲੋਭ ਰਾਮ ਪੋਹਾਰਟਾ ਵਾਸੀ ਬਾਸ਼ਲਾ ਅਤੇ ਵਿਰਾਜ ਪੁੱਤਰ DN ਚੌਹਾਨ ਵਾਸੀ ਸਿੱਧਰੋਟੀ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸੁਮਿਤ ਮੋਹਾਲੀ ਦੀ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਸੀ। ਵਿਰਾਜ ਸ਼ਨੀਵਾਰ ਨੂੰ ਆਪਣੇ ਦੋਸਤ ਸੁਮਿਤ ਨੂੰ ਮਿਲਣ ਲਈ ਖਰੜ ਗਿਆ ਸੀ। ਐਤਵਾਰ ਸਵੇਰੇ ਦੋਵੇਂ ਪਾਂਗੜਾ ਨਹਿਰ ਰੰਗੀਲਪੁਰ ਨੇੜੇ ਦੋ ਮੋਟਰਸਾਈਕਲਾਂ ਤੇ ਸੈਰ ਕਰਨ ਲਈ ਗਏ ਸਨ। ਉਸ ਦੇ ਨਾਲ ਤੀਜਾ ਸਾਥੀ ਅਮਨ ਵਾਸੀ ਬਿਹਾਰ ਵੀ ਸ਼ਾਮਲ ਸੀ, ਜਿਸ ਤੋਂ ਬਾਅਦ ਪੈਰ ਫਿਸਲਣ ਕਾਰਨ ਉਹ ਪਾਂਗੜਾ ਨਹਿਰ ਵਿੱਚ ਡਿੱਗ ਗਏ ਤੇ ਦੋਨਾਂ ਦੀ ਮੌਤ ਹੋ ਗਈ, ਜਦਕਿ ਤੀਜਾ ਬਚ ਗਿਆ। ਪਾਕਿਸਤਾਨ ਇਨੀ ਦਿਨੀ ਆਰਥਿਕ ਸੰਕਟ ਦੇ ਦੌਰ ਚੋਂ ਲੰਘ ਰਿਹਾ ਹੈ। ਮਹਿੰਗਾਈ ਨਾਲ ਦੇਸ਼ ਦੇ ਅੰਦਰੂਨੀ ਹਾਲਾਤ ਇਸ ਤਰ੍ਹਾਂ ਵਿਗੜ ਗਏ ਹਨ ਕਿ ਲੋਕ ਸੜਕਾਂ ਤੇ ਆ ਕੇ 1-1 ਕਿਲੋ ਆਟੇ ਲਈ ਲਾਈਨਾਂ ਲਗਾ ਰਹੇ ਹਨ।
ਬਲੋਚਿਸਤਾਨ ਵਿੱਚ ਹਾਲ ਹੋਰ ਵੀ ਬੇਹਾਲ ਹੋ ਗਏ ਹਨ। ਇੱਥੇ ਕਵੇਟਾ ਵਿੱਚ ਆਟੇ ਦੀ ਕੀਮਤ 2800 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਇਸ ਖੇਤਰ ਵਿੱਚ ਬੀਤੇ 10 ਦਿਨਾਂ ਤੋਂ ਕਣਕ ਦੀ ਸਪਲਾਈ ਬੰਦ ਹੈ ਅਤੇ ਮੁਨਾਫਾਖੋਰਾਂ ਇਸ ਹਾਲ ਦਾ ਪੂਰਾ ਫਾਇਦਾ ਚੁੱਕ ਕੇ ਮਾਲ ਕਮਾ ਰਹੇ ਹਨ। ਆਟੇ ਦੀ ਕਮੀ ਵਿੱਚ ਬਲੋਚਿਸਤਾਨ ਦੀ ਰਾਜਧਾਨੀ ਕਵੇਟਾ ਵਿੱਚ ਆਟੇ ਦੀ 20 ਕਿਲੋਗ੍ਰਾਮ ਦੀ ਬੋਰੀ 2640 ਤੋਂ 2800 ਰੁਪਏ ਦੇ ਵਿੱਚ ਵੇਚੀ ਜਾ ਰਹੀ ਹੈ। ਚੀਜ਼ਾਂ ਦੀ ਕਮੀ ਕਾਰਨ ਕਵੇਟਾ ਵਿੱਚ ਆਟੇ ਦੀ ਕੀਮਤ ਆਸਮਾਨ ਛੂ ਰਹੀ ਹੈ। ਮੌਕੇ ਨੂੰ ਦੇਖਦੇ ਹੋਏ ਮੁਨਾਫਾਖੋਰਾਂ ਸਰਗਰਮ ਹੋਇਆ ਅਤੇ ਕਵੇਟਾ ਦੇ ਉਸ ਤੇ ਆਸ-ਪਾਸ ਦੇ ਇਲਾਕਿਆਂ ਵਿੱਚ 2640 ਤੋਂ 2800 ਰੁਪਏ ਦੇ ਵਿੱਚ 20 ਕਿਲੋਗ੍ਰਾਮ ਆਟੇ ਦੀ ਬੋਰੀ ਵੇਚ ਰਹੇ ਹਨ। ਇਹ ਸਨ ਦੇਸ਼ ਵਿਦੇਸ਼ ਦੀਆਂ ਕੁਝ ਚੋਣਵੀਆਂ ਖਬਰਾਂ। ਹੋਰ ਖਬਰਾਂ ਦੇ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਣੇ ਰਹੋ ਪੰਜਾਬ ਮੇਲ USA TV ਦੇ ਨਾਲ।